ਸਤਿ ਸ਼੍ਰੀ ਅਕਾਲ ਦੋਸਤੋ, ਭੈਣੋ ਭਰਾਵੋ, ਮੇਰੀ ਸੀਰੀਜ਼ ਨੂੰ ਪਿਆਰ ਦੇਣ ਲਈ ਬਹੁਤ ਬਹੁਤ ਸ਼ੁਕਰੀਆ। ਅੱਜ ਮੈਂ ਫਿਰ ਤੋਂ ਰਸੀਦੀ ਟਿਕਟ ਜੋ ਕਿ ਅੰਮ੍ਰਿਤਾ ਪ੍ਰੀਤਮ ਜੀ ਵੱਲੋਂ ਲਿਖੀ ਗਈ ਹੈ, ਉਹਦਾ ਭਾਗ 6ਵਾਂ ਪਾਰਟ 6 ਲੈ ਕੇ ਤੁਹਾਡੇ ਸਾਹਮਣੇ ਆਈ ਹਾਂ। ਅੱਜ ਦਾ ਭਾਗ ਸ਼ੁਰੂ ਕਰਦੇ ਹਾਂ। 900 ਮੀਲ। ਇੱਕ ਦਿਨ ਅਚਾਨਕ ਸਾਹਿਰ ਦਾ ਖਤ ਆਇਆ। ਹੁਣੇ ਰੇਡੀਓ ਸੁਣਦਾ ਪਿਆ ਸਾਂ, ਤੇਰੀ ਆਵਾਜ਼ ਸੁਣੀ। ਜਾਪਿਆ ਤੂੰ ਮੇਰੇ ਕੋਲ ਏ, ਬਿਲਕੁਲ ਕੋਲ। ਤੇ ਫਿਰ ਆਵਾਜ਼ ਬੰਦ ਹੋ ਗਈ। ਮੈਨੂੰ ਜਾਪਿਆ ਆਖਰ ਤੂੰ ਮੇਰੇ ਕੋਲੋਂ 900 ਮੀਲ ਦੂਰ ਹੈ। ਥੋੜ੍ਹੇ ਜਿਹੇ ਦਿਨ ਪਹਿਲਾਂ ਉਹ ਮੈਨੂੰ 2 ਘੜੀਆਂ ਲਈ ਮਿਲਣ ਆਇਆ ਸੀ। ਇਸ ਖਤ ਨੇ ਉਸ ਚੇਤੇ ਨੂੰ ਜਿਵੇਂ ਸਾਨ ਉੱਤੇ ਚੜ੍ਹਾ ਦਿੱਤਾ। ਖਤ ਦਾ ਜਵਾਬ ਇੱਕ ਨਜ਼ਮ ਵਿੱਚ ਲਿਖਿਆ। 2 ਘੜੀਆਂ 7 ਅੰਬਰਾਂ ਨੂੰ ਲੰਘ ਕੇ ਆਈਆਂ, ਸੱਤੀ ਸੁਰੀ ਜਗਾ ਲੈ ਜਾਦੂ। ਸੱਤੇ ਰੰਗ ਪਹਿਨ ਲਏ ਉਹਨਾਂ ਰੂਪ ਕਿਤੋਂ ਨਾ ਆਉਣਾ। ਪੇਸ਼ਵਾਈ ਨਾ ਸਰੀ ਅਸਾਥੋਂ, ਦੋਵੇਂ ਹੱਥ ਹੋਏ ਬਹੁਰਾਣੇ। ਜਿੰਦ ਸਾਡੀ ਨੂੰ ਬਾਹ ਵਲਾ ਕੇ ਕਰ ਗਈਆਂ ਕੋਈ ਟੂਣਾ। ਸੱਤੇ ਅੰਬਰ ਲੰਘ ਕੇ ਆਈਆਂ, ਸੱਤੇ ਅੰਬਰ ਲੰਘ ਕੇ ਗਈਆਂ। ਹੱਥ ਵਿੱਚ ਲੋਹਾ, ਹੱਥ ਵਿੱਚ ਪਾਰਸ, ਭੁੱਲ ਗਿਆ ਸਾਨੂੰ ਛੂਹਣਾ। ਕਿਸ ਡਾਚੀ ਮੇਰੇ ਪੁੰਨੂੰ ਖੜਿਆ, 900 ਮੀਲ ਬਰੇਤਾ ਵਿਛਿਆ। ਜਿਉਂ ਜਿਉਂ ਸੱਸੀ ਜਾਏ ਅਗੇਰੇ, ਤਿਉਂ ਤਿਉਂ ਪੈਂਡਾ ਦੂਣਾ। ਅਜੀਬ ਇਤੇਫਾਕ ਹੈ, ਉਹ ਮੈਨੂੰ ਜ਼ਿੰਦਗੀ ਜਿੰਨੀ ਵਾਰ ਵੀ ਮਿਲਿਆ, ਉਹ ਹਮੇਸ਼ਾ ਚੇਤਰ ਦਾ ਮਹੀਨਾ ਹੁੰਦਾ ਸੀ। ਮੇਰੇ ਬਹੁਤ ਸਾਰੇ ਗੀਤ ਜਿਵੇਂ ਚੇਤਰ ਦੇ ਗਲ ਨਾਲ ਲੱਗ ਕੇ ਉਹਦੀਆਂ ਗੱਲਾਂ ਕਰਦੇ ਰਹੇ ਹਨ। ਆਉਂਦਾ ਤੇ ਲੰਘ ਜਾਂਦਾ ਤੇਰੇ ਕੋਲਾਂ ਦਾ ਮਹੀਨਾ। ਲੱਖਾਂ ਸਵਾਲ ਪੁੱਛਾਂ, ਦੇਂਦਾ ਨਾ ਕੋਈ ਹੁੰਗਾਰਾ। ਹੋਠਾਂ ਦੀ ਚੀਸ ਪੀ ਕੇ ਅੱਖੀਆਂ ਝੁਕਾਂਦਾ, ਤੇਰੇ ਕੋਲਾਂ ਦਾ ਮਹੀਨਾ। ਸੂਰਜ ਕੀਤੀ ਕੰਡ, ਸੱਭੇ ਤੀਲੇ ਸਾਂਭ ਕੇ ਫੱਗਣ ਬੱਧੀ ਪੰਡ। ਇਹ ਵੀ ਗਈਆਂ 365 ਦਿਹਾੜੇ ਹੰਢ। ਨੁੱਚੜ ਪਈਆਂ ਅੱਖੀਆਂ, ਵਿਛੜ ਚੱਲੀ ਅੰਤਲੀ ਫੱਗਣ ਦੀ ਤਰਕਾਰ। ਵੇ ਚੇਤਰ ਆ ਗਿਆ, ਬਾਰ ਬਗਾਨੀ ਚੱਲੀਆਂ, ਛੀਤੇ ਰੁੱਤਾਂ ਰੁੰਨੀਆਂ। ਮਿਲਿਆਂ ਨੂੰ ਹੋ ਗਿਆ ਸਾਲ, ਵੇ ਚੇਤਰ ਆ ਗਿਆ, ਵਰੇ ਨੇ ਪਾਸਾ ਪਰਤਿਆ। ਸੱਭੇ ਯਾਦਾਂ ਤੇਰੀਆਂ ਕੁੱਟ ਕਲੇਜੇ ਨਾਲ, ਵੇ ਚੇਤਰ ਆ ਗਿਆ। ਮੁੜ ਕੇ ਏਸ ਮੁਹਾਟ ਤੇ ਮੈਂ ਦੀਵਾ ਧਰਿਆ, 365 ਬੱਤੀਆਂ ਬਾਲ, ਵੇ ਚੇਤਰ ਆ ਗਿਆ। ਪੰਜਾ ਉੱਤੇ ਹੈ 2005 ਸੰਮਤ ਚੜ੍ਹਿਆ, ਚੇਤਰ ਮਹੀਨੇ ਤੇ ਹੋਈ ਨਾਵੀਂ। ਹੱਥੀਂ ਆਪਣੀ ਲਿਖੇ ਸੁਨੇਹੜੇ, ਮੈਂ ਹੱਥੀਂ ਆਪਣੇ ਆਪ ਵਸੂਲ ਪਾਵੀ। ਚੇਤਰ ਦਾ ਵਣਜਾਰਾ ਆਇਆ, ਬੁਝਕੀ ਮੋਢੇ ਚਾਈ ਵੇ। ਅਸਾਂ ਵਿਹਾਜ਼ੀ ਪਿਆਰ, ਕਥੂਰੀ ਵੇਂਹਦੀ ਰਹੀ ਲੁਕਾਈ ਵੇ। ਬਿਰਹਾ ਦਾ ਇੱਕ ਖਰਲ ਬਿਲੋਰੀ, ਜਿੰਦੜੀ ਦਾ ਆਸਾ ਸੁਰਮਾ ਪੀਠਾ। ਰੋਜ਼ ਰਾਤ ਨੂੰ ਅੰਬਰ ਆ ਕੇ ਮੰਗਦਾ ਇੱਕ ਸਿਲਾਈ ਵੇ। ਕੱਖ ਕਾਣ ਦੀ ਝੁੱਗੀ ਸਾਡੀ, ਜਿੰਦ ਦਾ ਮੂੜਾ ਕਿੱਥੇ ਢਾਈਏ। ਸਾਡੇ ਘਰ ਅੱਜ ਯਾਦ ਤੇਰੀ ਦੀ ਜੀਂਗਣ ਪ੍ਰਾਹੁਣੀ ਆਈ ਵੇ। ਚੇਤਰ ਨੇ ਪਾਸਾ ਮੋੜਿਆ, ਰਾਗਾਂ ਦੇ ਮੇਲੇ ਵਾਸਤੇ ਫੁੱਲਾਂ ਨੇ ਰੇਸ਼ਮ ਜੋੜਿਆ, ਤੂੰ ਨਹੀਂ ਆਇਆ।
ਇੱਕ ਰਾਤ ਦੇ ਸੁਪਨੇ ਵਿੱਚ ਮੈਂ ਵੇਖਿਆ ਕਿ ਇੱਕ ਜੰਗਲ ਫੁੱਲਾਂ ਦਾ ਭਰਿਆ ਹੋਇਆ ਸੀ, ਜਿਹਦੇ ਵਿੱਚ ਇੱਕ ਫੁੱਲਾਂ ਨਾਲ ਲੱਦੇ ਹੋਏ ਰੁੱਖ ਉੱਤੇ ਇੱਕ ਕੁਕਨੂਸ ਬੈਠਾ ਹੋਇਆ ਸੀ ਤੇ ਉਹ ਗਾ ਰਿਹਾ ਸੀ। ਜਿਉਂ-ਜਿਉਂ ਗੀਤ ਉੱਚਾ ਹੁੰਦਾ ਗਿਆ, ਕੁਕਨੂਸ ਦੀ ਆਵਾਜ਼ ਵਿੱਚ ਇੱਕ ਮਿਠਾਸ ਤੇ ਇੱਕ ਤਲਖੀ ਪੈਦਾ ਹੁੰਦੀ ਗਈ, ਐਨੀ ਕਿ ਉਹ ਇੱਕ ਅੱਗ ਦੀ ਲਾਟ ਬਣ ਗਈ। ਅੱਗ ਦੀ ਇਹ ਲਾਟ ਉੱਚੀ ਹੁੰਦੀ ਗਈ ਤੇ ਸਾਰੇ ਦਾ ਸਾਰਾ ਕੁਕਨੂਸ ਜਲਣ ਲੱਗ ਪਿਆ। ਕੁਕਨੂਸ ਦੇ ਖੰਭ ਵਿੱਚੋਂ ਅੱਗ ਦੀਆਂ ਕਈ ਲਾਟਾਂ ਨਿਕਲਣ ਲੱਗ ਪਈਆਂ। ਅੱਗ ਦੇ ਸੇਕ ਨਾਲ ਮੇਰੀ ਜਾਗ ਖੁੱਲ੍ਹ ਗਈ। ਮੇਰਾ ਮੱਥਾ, ਮੇਰੇ ਹੱਥ, ਮੇਰਾ ਸਾਰਾ ਪਿੰਡਾ ਜਲਦਾ ਪਿਆ ਸੀ। ਇਸ ਸੇਕ ਨਾਲ ਮੈਂ ਇੱਕ ਗੀਤ ਲਿਖਿਆ। ਲਿਖ ਜਾ ਮੇਰੀ ਤਕਦੀਰ ਨੂੰ ਮੇਰੇ ਲਈ, ਮੈਂ ਜੀ ਰਹੀ ਤੇਰੇ ਬਿਨਾਂ ਤੇਰੇ ਲਈ। ਉਮਰ ਭਰ ਦਾ ਇਸ਼ਕ ਬੇਆਵਾਜ਼ ਹੈ, ਹਰ ਮੇਰਾ ਨਗਮਾ ਮੇਰੀ ਆਵਾਜ਼ ਹੈ। ਹਰਫ ਮੇਰੇ ਤੜਪ ਉੱਠਦੇ ਹਨ ਇਵੇਂ ਸੁਲਗਦੇ ਹਨ ਰਾਤ ਭਰ ਤਾਰੇ ਜਿਵੇਂ। ਉਮਰ ਮੇਰੀ ਬੇਵਫਾ ਮੁੱਕਦੀ ਪਈ, ਰੂਹ ਮੇਰੀ ਬੇਚੈਨ ਹੈ ਤੇਰੇ ਲਈ। ਸੁਪਨਿਆਂ ਨੂੰ ਚੀਰ ਕੇ ਆ ਜਾ ਜ਼ਰਾ, ਰਾਤ ਬਾਕੀ ਬਹੁਤ ਹੈ ਨਾ ਜਾ ਜ਼ਾਰਾ। ਕੁਕਨੂਸ ਦੀਪਕ ਰਾਗ ਨੂੰ ਅੱਜ ਗਾਏਗਾ, ਇਸ਼ਕ ਦੀ ਇਸ ਲਾਟ ਤੇ ਬਲ ਜਾਏਗਾ। ਰਾਖ ਹੀ ਇਸ ਰਾਗ ਦਾ ਨਜ਼ਾਮ ਹੈ, ਕੁਕਨੂਸ ਦੀ ਇਸ ਰਾਖ ਨੂੰ ਪ੍ਰਣਾਮ ਹੈ। ਕਈ ਮਹੀਨੇ ਇਹ ਸੁਪਨਾ, ਕਈ ਮਹੀਨੇ ਇਹ ਜਲਨ, ਇੱਥੋਂ ਤੱਕ ਕਿ ਮੈਂ ਪੈਰਾਂ ਵਿੱਚ ਜੁੱਤੀ ਨਾ ਪਾ ਸਕੀ। ਪੈਰ ਜਲਦੇ, ਕੱਚੀ ਮਿੱਟੀ ਉੱਤੇ ਪਾਣੀ ਛਿੜਕ ਕੇ ਮੈਂ ਆਪਣੇ ਦੋਵੇਂ ਪੈਰ ਰੱਖ ਛੱਡਦੀ। ਇੱਕ ਵਾਰ ਬਹੁਤ ਸਾਰੇ ਲੋਕ ਉਹਦੇ ਕੋਲੋਂ ਆਟੋਗ੍ਰਾਫ ਲੈਂਦੇ ਪਏ ਸਨ। ਜਦੋਂ ਲੋਕ ਚਲੇ ਗਏ ਤਾਂ ਮੈਂ ਆਪਣੀ ਤਲੀ ਉਹਦੇ ਅੱਗੇ ਕਰਕੇ ਆਖਿਆ ਸੀ, ਆਟੋਗ੍ਰਾਫ। ਉਹ ਹੱਸ ਪਿਆ ਸੀ। ਉਹਨੇ ਆਪਣੇ ਅੰਗੂਠੇ ਨੂੰ ਆਪਣੀ ਕਲਮ ਨਾਲ ਸਿਆਹੀ ਲਾ ਕੇ ਇਹ ਅੰਗੂਠਾ ਮੇਰੀ ਤਲੀ ਉੱਤੇ ਲਾ ਦਿੱਤਾ ਸੀ ਤੇ ਆਖਿਆ ਸੀ, ਮੈਂ ਕਾਗਜ਼ ਉੱਤੇ ਅੰਗੂਠਾ ਲਾ ਦਿੱਤਾ ਏ, ਜਦੋਂ ਤੇਰਾ ਜੀਅ ਕਰੇ ਤੂੰ ਮੇਰੇ ਕੋਲੋਂ ਆਪਣਾ ਹੱਕ ਲੈ ਲਵੀਂ। ਪਰ ਇਸ ਪਰ ਦਾ ਅਰਥ ਮੈਂ ਨਹੀਂ ਜਾਣਦੀ, ਸਿਰਫ ਤਕਦੀਰ ਜਾਣਦੀ ਹੈ। ਅੱਖਰਾਂ ਦੀ ਛਾਵੇਂ। ਇੱਕ ਵੇਲਾ ਹੁੰਦਾ ਸੀ ਜਦੋਂ ਅਸਲੋਂ ਨਿੱਜੀ ਵਾਪਰਿਆ ਸਿਰਫ ਕਹਾਣੀਆਂ ਤੇ ਨਾਵਲਾਂ ਦੀ ਸੂਰਤ ਵਿੱਚ ਹੀ ਆ ਸਕਦਾ ਹੈ। ਉਦੋਂ ਮੈਂ ਸਾਹਿਰ ਨਾਲ ਜੁੜੇ ਹਰ ਚੇਤੇ ਨੂੰ ਕਹਾਣੀ ਦੀ ਸੂਰਤ ਵਿੱਚ ਕਾਗਜ਼ਾਂ ਤੇ ਉਤਾਰਿਆ ਸੀ। ਦੋਹਾਂ ਨਾਵਾਂ ਦਾ ਪਹਿਲਾ ਅੱਖਰ ਲੈ ਕੇ। ਪਰ ਸਵੈ ਜੀਵਨੀ ਦੀ ਅਗਨੀ ਪ੍ਰੀਖਿਆ ਵਿੱਚੋਂ ਲੰਘ ਕੇ ਕੁਝ ਵੀ ਕਹਿ ਸਕਣਾ ਸਹਿਜ ਹੋ ਜਾਂਦਾ ਹੈ। ਅੱਜ ਆਖ ਸਕਦੀ ਹਾਂ, ਐ ਤੋਂ ਮੁਰਾਦ ਅੰਮ੍ਰਿਤਾ ਤੇ ਸੈ ਤੋਂ ਮੁਰਾਦ ਸਾਹਿਰ ਸੀ। ਹਰ ਘਟਨਾ ਜਿਨ੍ਹਾਂ ਅੱਖਰਾਂ ਦੇ ਧਾਗਿਆਂ ਵਿੱਚ ਲਿਪਟੀ ਹੋਈ ਸੀ, ਉਹਨੂੰ ਕਹਾਣੀ ਦਾ ਨਾਂ ਦਿੱਤਾ ਸੀ। ਇਹ ਕਹਿ ਕੇ ਕਿ ਇਹ ਕਹਾਣੀ ਨਹੀਂ, ਉਹੀ ਅੱਜ ਰਸੀਦੀ ਟਿਕਟ ਵਿੱਚ ਸ਼ਾਮਿਲ ਕਰ ਰਹੀ ਹਾਂ। ਇੱਕ ਦਰਦ ਨੇ ਅੱਖਰਾਂ ਦੀ ਛਾਵੇਂ ਖਲੋ ਕੇ ਘੜੀ ਕੁ ਸਾਹ ਲਿਆ ਸੀ। ਇਹ ਕਹਾਣੀ ਨਹੀਂ, ਪੱਥਰ ਤੇ ਚੂਨਾ ਬਹੁਤ ਸੀ, ਪਰ ਥੋੜ੍ਹੀ ਜਿਹੀ ਥਾਂ ਉੱਤੇ ਜੇ ਕੰਧਾਂ ਵਾਂਗ ਉਸਰ ਖਲੋਂਦਾ, ਘਰ ਦੀਆਂ ਕੰਧਾਂ ਬਣ ਸਕਦਾ ਸੀ, ਪਰ ਬਣਿਆ ਨਹੀਂ। ਉਹ ਧਰਤੀ ਉੱਤੇ ਫੈਲ ਗਿਆ ਸੜਕਾਂ ਵਾਂਗ ਤੇ ਉਹ ਦੋਵੇਂ ਸਾਰੀ ਉਮਰ
ਉਹਨਾਂ ਸੜਕਾਂ ਉੱਤੇ ਤੁਰਦੇ ਰਹੇ। ਸੜਕਾਂ ਇੱਕ ਦੂਜੀ ਦੀ ਵੱਖੀ ਵਿੱਚੋਂ ਪਾਟਦੀਆਂ ਵੀ ਹਨ, ਇੱਕ ਦੂਜੀ ਦੇ ਪਿੰਡੇ ਨੂੰ ਚੀਰ ਕੇ ਲੰਘਦੀਆਂ ਵੀ ਹਨ, ਇੱਕ ਦੂਜੀ ਕੋਲੋਂ ਹੱਥ ਛੁਡਾ ਕੇ ਗਵਾਚਦੀਆਂ ਵੀ ਹਨ, ਤੇ ਇੱਕ ਦੂਜੀ ਦੀ ਗੱਲ ਲੱਗਦਿਆਂ ਇੱਕ ਦੂਜੀ ਵਿੱਚ ਰਲਦੀਆਂ ਵੀ ਹਨ। ਉਹ ਇੱਕ ਦੂਜੇ ਨੂੰ ਮਿਲਦੇ ਰਹੇ, ਪਰ ਸਿਰਫ ਉਦੋਂ ਜਦੋਂ ਕਦੇ ਕਦਾਈ ਉਹਨਾਂ ਦੇ ਪੈਰ ਹੇਠਾਂ ਵਿਛੀਆਂ ਸੜਕਾਂ ਇੱਕ ਦੂਜੀ ਨੂੰ ਆ ਮਿਲਦੀਆਂ। ਘੜੀ ਕੁ ਸ਼ਾਇਦ ਸੜਕਾਂ ਵੀ ਤ੍ਰਭਕ ਕੇ ਖਲੋ ਜਾਂਦੀਆਂ ਤੇ ਉਹਨਾਂ ਦੇ ਪੈਰ ਵੀ, ਤੇ ਸ਼ਾਇਦ ਦੋਹਾਂ ਨੂੰ ਉਸ ਘਰ ਦਾ ਚੇਤਾ ਆ ਜਾਂਦਾ ਜੋ ਬਣਿਆ ਨਹੀਂ ਸੀ, ਬਣ ਸਕਦਾ ਸੀ। ਕਿਉਂ ਨਹੀਂ ਬਣਿਆ? ਉਹ ਦੋਵੇਂ ਹੈਰਾਨ ਜਿਹੇ ਪੈਰਾਂ ਹੇਠਲੀ ਜ਼ਮੀਨ ਨੂੰ ਇੰਝ ਵੇਖਣ ਲੱਗ ਪੈਂਦੇ ਜਿਵੇਂ ਇਹ ਗੱਲ ਉਹ ਜ਼ਮੀਨ ਕੋਲੋਂ ਪੁੱਛ ਰਹੇ ਹੋਣ। ਤੇ ਫਿਰ ਉਹ ਕਿੰਨਾ ਚਿਰ ਜ਼ਮੀਨ ਵੱਲ ਇੰਝ ਵੇਖਦੇ ਰਹਿੰਦੇ ਜਿਵੇਂ ਆਪਣੀ ਨਜ਼ਰ ਨਾਲ ਉਹਨਾਂ ਨੇ ਜ਼ਮੀਨ ਵਿੱਚ ਉਸ ਘਰ ਦੀਆਂ ਨੀਹਾਂ ਖੋਦ ਲੈਣੀਆਂ ਹੋਣ। ਤੇ ਕਈ ਵਾਰੀ ਸੱਚਮੁੱਚ ਉੱਥੇ ਜਾਦੂ ਦਾ ਇੱਕ ਘਰ ਉਸਰ ਖਲੋਂਦਾ ਤੇ ਉਹ ਦੋਵੇਂ ਸਹਿਜ ਮਨ ਹੋ ਜਾਂਦੇ, ਜਿਵੇਂ ਵਰ੍ਹਿਆਂ ਤੋਂ ਉਸ ਘਰ ਵਿੱਚ ਰਹਿੰਦੇ ਹੋਣ। ਇਹ ਉਹਨਾਂ ਦੀ ਬਲਦੀ ਜਵਾਨੀ ਦੇ ਦਿਨਾਂ ਦੀ ਗੱਲ ਨਹੀਂ, ਹੁਣ ਦੀ ਗੱਲ ਹੈ, ਠੰਡੀ ਉਮਰ ਦੀ ਗੱਲ। ਕਿ ਇੱਕ ਸਰਕਾਰੀ ਮੀਟਿੰਗ ਤੇ ਦੇ ਸਾਹਰ ਗਈ ਨੂੰ ਵੀ ਵਕਤ ਨੇ ਜਿੱਡਾ ਸਰਕਾਰੀ ਅਹੁਦਾ ਦਿੱਤਾ ਹੈ, ਤੇ ਬਰਾਬਰ ਦੀ ਹੈਸੀਅਤ ਵਾਲੇ ਲੋਕ ਜਦੋਂ ਮੀਟਿੰਗ ਵਿੱਚੋਂ ਉੱਠੇ, ਸਰਕਾਰੀ ਦਫ਼ਤਰ ਨੇ ਬਾਹਰਲੇ ਸ਼ਹਿਰੋਂ ਆਇਆਂ ਲਈ ਵਾਪਸੀ ਟਿਕਟਾਂ ਤਿਆਰ ਰੱਖੀਆਂ ਹੋਈਆਂ ਸਨ। ਸ ਨੇ ਅਗਾਂਹ ਹੋ ਕੇ ਦੀ ਟਿਕਟ ਫੜ ਲਈ ਤੇ ਬਾਹਰ ਆ ਕੇ ਨੂੰ ਆਪਣੀ ਗੱਡੀ ਵਿੱਚ ਬੈਠਣ ਲਈ ਕਿਹਾ। ਪੁੱਛਿਆ, ਸਾਮਾਨ ਕਿੱਥੇ ਹੈ? ਹੋਟਲ ਵਿੱਚ। ਸਾਹਰ ਨੇ ਡਰਾਈਵਰ ਨੂੰ ਪਹਿਲੋਂ ਹੋਟਲ ਤੇ ਫਿਰ ਵਾਪਸੀ ਘਰ ਚੱਲਣ ਲਈ ਕਿਹਾ। ਅੰਮ੍ਰਿਤਾ ਨੇ ਉਜਰ ਨਹੀਂ ਕੀਤਾ, ਪਰ ਦਲੀਲ ਨਾਲ ਕਿਹਾ, ਪਲੇਨ ਵਿੱਚ ਸਿਰਫ 2 ਘੰਟੇ ਰਹਿੰਦੇ ਨੇ, ਹੋਟਲ ਤੋਂ ਹੋ ਕੇ ਮਸਾਂ ਏਅਰਪੋਰਟ ਪਹੁੰਚਾਂਗੀ। ਪਲੇਨ ਕੱਲ੍ਹ ਵੀ ਜਾਏਗਾ, ਪਰਸੋਂ ਵੀ, ਰੋਜ਼ ਜਾਏਗਾ। ਸਾਹਰ ਨੇ ਸਿਰਫ ਇੰਨਾ ਕਿਹਾ, ਫਿਰ ਰਾਹ ਵਿੱਚ ਕੁਝ ਨਹੀਂ ਕਿਹਾ। ਹੋਟਲ ਵਿੱਚੋਂ ਸੂਟਕੇਸ ਲੈ ਕੇ ਗੱਡੀ ਵਿੱਚ ਰੱਖ ਲਿਆ ਤਾਂ ਇੱਕ ਵਾਰੀ ਅੰਮ੍ਰਿਤਾ ਨੇ ਫਿਰ ਆਖਿਆ, ਵਕਤ ਥੋੜ੍ਹਾ ਏ, ਪਲੇਨ ਮਿਸ ਹੋ ਜਾਏਗਾ। ਸਾਹਰ ਨੇ ਜਵਾਬ ਦੀ ਥਾਂ ਕਿਹਾ, ਘਰ ਮਾਂ ਉਡੀਕਦੀ ਹੋਵੇਗੀ। ਅੰਮ੍ਰਿਤਾ ਸੋਚਦੀ ਰਹੀ ਕਿ ਸਾਹਰ ਨੇ ਸ਼ਾਇਦ ਮਾਂ ਨੂੰ ਇਸ ਮੀਟਿੰਗ ਦਾ ਦਿਨ ਦੱਸਿਆ ਹੋਇਆ ਸੀ, ਪਰ ਸਮਝ ਨਹੀਂ ਸਕੀ ਕਿਉਂ ਦੱਸਿਆ ਸੀ। ਅੰਮ੍ਰਿਤਾ ਕਦੇ-ਕਦੇ ਮਨ ਨੂੰ ਕਿਉਂ ਪੁੱਛ ਲੈਂਦੀ ਸੀ, ਪਰ ਜਵਾਬ ਨਹੀਂ ਸੀ ਉਡੀਕਦੀ। ਉਹਨੂੰ ਪਤਾ ਸੀ ਮਨ ਕੋਲ ਕੋਈ ਜਵਾਬ ਨਹੀਂ ਸੀ। ਉਹ ਚੁੱਪ ਬੈਠੀ ਸ਼ੀਸ਼ੇ ਵਿੱਚੋਂ ਬਾਹਰ ਸ਼ਹਿਰ ਦੀਆਂ ਇਮਾਰਤਾਂ ਨੂੰ ਵੇਖਦੀ ਰਹੀ। ਕੁਝ ਚਿਰ ਪਿੱਛੋਂ ਇਮਾਰਤਾਂ ਦਾ ਸਿਲਸਿਲਾ ਟੁੱਟ ਗਿਆ। ਸ਼ਹਿਰ ਤੋਂ ਦੂਰ ਬਾਹਰ ਦੀ ਵਾਦੀ ਆ ਗਈ ਤੇ ਪਾਮ ਦੇ ਵੱਡੇ-ਵੱਡੇ ਰੁੱਖਾਂ ਦੀਆਂ ਕਤਾਰਾਂ ਸ਼ੁਰੂ ਹੋ ਗਈਆਂ ਸਨ। ਸਮੁੰਦਰ ਸ਼ਾਇਦ ਨੇੜੇ ਸੀ। ਅੰਮ੍ਰਿਤਾ ਦੇ ਸਾਹ ਲੂਣੇ ਜਿਹੇ ਹੋ ਗਏ ਤੇ ਜਾਪਿਆ ਪਾਮ ਦੇ ਪੱਤਿਆਂ ਵਾਂਗ ਉਹਦੇ ਹੱਥਾਂ ਵਿੱਚ ਕੰਬਣੀ ਆ ਗਈ ਸੀ। ਸ਼ਾਇਦ ਸਾਹਰ ਦਾ ਘਰ ਵੀ ਹੁਣ ਨੇੜੇ ਸੀ। ਰੁੱਖਾਂ ਪੱਤਿਆਂ ਵਿੱਚ ਵਲੇਟੀ ਜਿਹੀ ਇੱਕ ਕਾਟੇਜ ਕੋਲ ਪਹੁੰਚ ਕੇ ਗੱਡੀ ਖਲੋ ਗਈ। ਅੰਮ੍ਰਿਤਾ ਵੀ ਉਤਰੀ, ਪਰ ਕਾਟੇਜ ਦੇ ਅੰਦਰ ਲੰਘਣ ਲੱਗੀ ਪਲ ਕੁ ਬਾਹਰ ਕੇਲੇ ਦੇ ਰੁੱਖ ਕੋਲ ਖਲੋ ਗਈ। ਜੀਅ ਕੀਤਾ ਆਪਣੇ ਕੰਬਦੇ ਹੱਥਾਂ ਨੂੰ ਇਹ
ਇੱਥੇ ਬਾਹਰ ਕੇਲੇ ਦੇ ਕੰਬਦੇ ਪੱਤਿਆਂ ਵਿੱਚ ਰੱਖ ਜਾਏ। ਉਹ ਸਾਹਿਰ ਦੇ ਨਾਲ ਅੰਦਰ ਕਾਟੇਜ ਵਿੱਚ ਜਾ ਸਕਦੀ ਸੀ, ਪਰ ਹੱਥਾਂ ਦੀ ਉੱਥੇ ਲੋੜ ਨਹੀਂ ਸੀ। ਇਹਨਾਂ ਹੱਥਾਂ ਨਾਲ ਹੁਣ ਉਹ ਨਾ ਸਾਹਿਰ ਨੂੰ ਕੁਝ ਦੇ ਸਕਦੀ ਸੀ, ਨਾ ਸਾਹਿਰ ਕੋਲੋਂ ਕੁਝ ਲੈ ਸਕਦੀ ਸੀ। ਮਾਂ ਨੇ ਸ਼ਾਇਦ ਗੱਡੀ ਦੀ ਆਵਾਜ਼ ਸੁਣ ਲਈ ਸੀ, ਬਾਹਰ ਆ ਗਈ ਸੀ। ਉਹਨੇ ਹਮੇਸ਼ਾ ਵਾਂਗ ਅੰਮ੍ਰਿਤਾ ਦਾ ਮੱਥਾ ਚੁੰਮਿਆ ਤੇ ਆਖਿਆ, ਆਓ ਬੇਟੀ। ਇਸ ਵਾਰੀ ਅੰਮ੍ਰਿਤਾ ਬੜੇ ਵਰ੍ਹਿਆਂ ਪਿੱਛੋਂ ਮਾਂ ਨੂੰ ਮਿਲੀ ਸੀ, ਪਰ ਮਾਂ ਨੇ ਉਹਦੇ ਸਿਰ ਉੱਤੋਂ ਹੱਥ ਦੀ ਤਲੀ ਫੇਰਦਿਆਂ ਜਿਵੇਂ ਸਿਰ ਉੱਤੇ ਵਰ੍ਹਿਆਂ ਦਾ ਭਾਰ ਲਾਹ ਦਿੱਤਾ ਹੋਵੇ ਤੇ ਉਹਨੂੰ ਅੰਦਰ ਲਿਜਾ ਕੇ ਬਿਠਾਂਦੀ ਪੁੱਛਣ ਲੱਗੀ, ਕੀ ਪੀਏਂਗੀ ਬੇਟੀ? ਸਾਹਿਰ ਵੀ ਹੁਣ ਤੱਕ ਅੰਦਰ ਆ ਗਿਆ ਸੀ। ਮਾਂ ਨੂੰ ਕਹਿਣ ਲੱਗਾ, ਪਹਿਲਾਂ ਚਾਹ ਬਣਾਓ, ਫੇਰ ਖਾਣਾ। ਅੰਮ੍ਰਿਤਾ ਨੇ ਵੇਖਿਆ ਡਰਾਈਵਰ ਗੱਡੀ ਵਿੱਚੋਂ ਉਹਦਾ ਸੂਟਕੇਸ ਅੰਦਰ ਲਿਆ ਰਿਹਾ ਸੀ। ਉਹਨੇ ਸਾਹਿਰ ਵੱਲ ਵੇਖਿਆ, ਆਖਿਆ, ਬਹੁਤ ਥੋੜ੍ਹਾ ਵਕਤ ਏ, ਮਸਾਂ ਏਅਰਪੋਰਟ 'ਤੇ ਪਹੁੰਚਾਂਗੀ। ਸਾਹਿਰ ਨੇ ਉਹਨੂੰ ਨਹੀਂ, ਡਰਾਈਵਰ ਨੂੰ ਆਖਿਆ, ਕੱਲ੍ਹ ਸਵੇਰੇ ਜਾ ਕੇ ਪਰਸੋਂ ਦਾ ਟਿਕਟ ਲੈ ਆਵੀਂ। ਤੇ ਮਾਂ ਨੂੰ ਆਖਿਆ, ਤੂੰ ਕਹਿੰਦੀ ਸੀ ਕਿ ਮੇਰੇ ਕੁਝ ਦੋਸਤ ਨੂੰ ਖਾਣੇ 'ਤੇ ਬੁਲਾਉਣਾ ਏ, ਕੱਲ੍ਹ ਬੁਲਾ ਲੈ। ਅੰਮ੍ਰਿਤਾ ਨੇ ਸਾਹਿਰ ਦੇ ਬੋਝੇ ਵੱਲ ਤੱਕਿਆ, ਜਿਹਦੇ ਵਿੱਚ ਉਸਦੀ ਵਾਪਸੀ ਦੀ ਟਿਕਟ ਪਈ ਹੋਈ ਸੀ। ਆਖਿਆ, ਪਰ ਇਹ ਟਿਕਟ ਜਾਇਆ ਜਾਏਗੀ? ਮਾਂ ਰਸੋਈ ਵੱਲ ਜਾਂਦੀ ਖਲੋ ਗਈ ਤੇ ਅੰਮ੍ਰਿਤਾ ਦੇ ਮੋਢੇ ਉੱਤੇ ਆਪਣੀ ਤਲੀ ਰੱਖੀ ਕਹਿਣ ਲੱਗੀ, ਟਿਕਟ ਦਾ ਕੀ ਏ ਬੇਟੀ? ਇੰਨਾ ਆਖਦਾ ਪਿਆ ਏ, ਰਹਿ ਪਓ। ਪਰ ਕਿਉਂ? ਅੰਮ੍ਰਿਤਾ ਦੇ ਮਨ ਵਿੱਚ ਆਇਆ, ਪਰ ਆਖਿਆ ਕੁਝ ਨਹੀਂ। ਕੁਰਸੀ ਉੱਤੋਂ ਉੱਠ ਕੇ ਕਮਰੇ ਨਾਲ ਲੱਗਦੇ ਬਰਾਂਡੇ ਵਿੱਚ ਖਲੋ ਗਈ। ਸਾਹਮਣੇ ਦੂਰ ਤੱਕ ਪਾਮ ਦੇ ਉੱਚੇ ਉੱਚੇ ਰੁੱਖ ਸਨ। ਸਮੁੰਦਰ ਪਰਾਂ ਸੀ। ਉਹਦੀ ਆਵਾਜ਼ ਸੁਣਦੀ ਸੀ, ਪਰ ਰੁੱਖ ਦਿਸਦੇ ਸਨ। ਅੰਮ੍ਰਿਤਾ ਨੂੰ ਜਾਪਿਆ, ਸਿਰਫ ਅੱਜ ਦਾ ਕਿਉਂ ਨਹੀਂ, ਉਹਦੀ ਜ਼ਿੰਦਗੀ ਦੇ ਕਿੰਨੇ ਹੀ ਕਿਉਂ ਉਹਦੇ ਮਨ ਦੇ ਸਮੁੰਦਰ ਕੰਢੇ ਇਹਨਾਂ ਪਾਮ ਦੇ ਰੁੱਖਾਂ ਵਾਂਗ ਉੱਗੇ ਹੋਏ ਹਨ ਤੇ ਉਹਨਾਂ ਦੇ ਪੱਤੇ ਕਈ ਵਰ੍ਹਿਆਂ ਤੋਂ ਹਵਾ ਵਿੱਚ ਕੰਬਦੇ ਖਲੋਤੇ ਹੋਏ ਹਨ। ਅੰਮ੍ਰਿਤਾ ਨੇ ਘਰ ਦੀ ਮਹਿਮਾਨ ਵਾਂਗੂ ਚਾਹ ਪੀਤੀ, ਰਾਤ ਨੂੰ ਰੋਟੀ ਖਾਧੀ ਤੇ ਘਰ ਦਾ ਗੁਸਲਖਾਨਾ ਪੁੱਛ ਕੇ ਰਾਤ ਨੂੰ ਸੌਣ ਵਾਲੇ ਕੱਪੜੇ ਵਟਾਏ। ਘਰ ਵਿੱਚ ਇੱਕ ਲੰਬੀ ਬੈਠਕ ਸੀ। ਡਾਈਨਿੰਗ ਤੇ 2 ਸੌਣ ਕਮਰੇ ਸਨ, ਇੱਕ ਸਾਹਿਰ ਦਾ, ਇੱਕ ਮਾਂ ਦਾ। ਮਾਂ ਨੇ ਜਿੱਦ ਬਣ ਕੇ ਆਪਣਾ ਕਮਰਾ ਅੰਮ੍ਰਿਤਾ ਨੂੰ ਦੇ ਦਿੱਤਾ ਤੇ ਆਪ ਰਾਤੀ ਬੈਠਕ ਵਿੱਚ ਸੌ ਗਈ। ਅੰਮ੍ਰਿਤਾ ਸੌਣ ਵਾਲੇ ਕਮਰੇ ਵਿੱਚ ਚਲੀ ਗਈ, ਪਰ ਕਿੰਨਾ ਚਿਰ ਝਿਜਕੀ ਜਿਹੀ ਖਲੋਤੀ ਰਹੀ। ਸੋਚਦੀ ਰਹੀ, ਮੈਂ ਬੈਠਕ ਵਿੱਚ 1-2 ਰਾਤ ਮੁਸਾਫਰਾਂ ਵਾਂਗ ਹੀ ਰਹਿੰਦੀ ਠੀਕ ਸੀ। ਇਹ ਕਮਰਾ ਮਾਂ ਦਾ ਸੀ, ਮਾਂ ਦਾ ਹੀ ਰਹਿਣਾ ਚਾਹੀਦਾ ਸੀ। ਸੌਣ ਕਮਰੇ ਦੇ ਪਲੰਘ ਵਿੱਚ, ਪਰਦੇ ਵਿੱਚ ਤੇ ਅਲਮਾਰੀ ਵਿੱਚ ਇੱਕ ਘਰੋਗੀ ਜਿਹੀ ਹਵਾੜ ਹੁੰਦੀ ਹੈ। ਅੰਮ੍ਰਿਤਾ ਨੇ ਇਸ ਹਵਾੜ ਦਾ ਇੱਕ ਘੁੱਟ ਜਿਹਾ ਭਰਿਆ, ਪਰ ਫੇਰ ਆਪਣੇ ਸਾਹਾਂ ਤੋਂ ਡਰਦੀ ਨੇ ਆਪਣੇ ਸਾਹ ਰੋਕ ਲਏ। ਨਾਲ ਲੱਗਦਾ ਕਮਰਾ ਸਾਹਿਰ ਦਾ ਸੀ। ਕੋਈ ਆਵਾਜ਼ ਨਹੀਂ ਸੀ। ਘੜੀ ਪਹਿਲਾਂ ਸਾਹਿਰ ਨੇ ਸਿਰ ਦਰਦ ਦੀ ਸ਼ਿਕਾਇਤ ਕੀਤੀ ਸੀ, ਨੀਂਦਰ ਦੀ ਗੋਲੀ ਖਾਧੀ ਸੀ, ਹੁਣ ਤੱਕ ਸ਼ਾਇਦ ਸੌਂ ਗਿਆ ਸੀ। ਪਰ ਨਾਲ ਲੱਗਦੇ ਕਮਰਿਆਂ ਦੀ ਵੀ ਇੱਕ ਹਵਾੜ ਹੁੰਦੀ ਹੈ। ਅੰਮ੍ਰਿਤਾ ਨੇ ਇੱਕ ਵਾਰੀ ਉਹਦਾ ਘੁੱਟ ਜਿਹਾ ਪੀਣਾ ਚਾਹਿਆ, ਪਰ ਸਾਹ ਰੁਕਿਆ ਰਿਹਾ। ਫਿਰ ਅੰਮ੍ਰਿਤਾ ਦਾ ਧਿਆਨ ਅਲਮਾਰੀ ਦੇ ਕੋਲ ਵਾਰ ਫਰਸ਼ ਉੱਤੇ ਪਿਆ ਆਪਣੇ ਸੂਟਕੇਸ ਵੱਲ ਗਿਆ ਤੇ ਉਹਨੂੰ ਹਾਸਾ ਜਿਹਾ ਆ ਗਿਆ। ਇਹ ਵੇਖਾਂ, ਮੇਰੇ ਸੂਟਕੇਸ ਮੇਰੀ ਸਾਰੀ ਰਾਤ ਮੇਰੀ ਮੁਸਾਫਰੀ ਦਾ ਚੇਤਾ ਕਰਵਾਉਂਦਾ ਰਹੇਗਾ। ਤੇ ਉਹ ਸੂਟਕੇਸ ਵੱਲ ਤੱਕਦੀ
ਥੱਕੀ ਜਿਹੀ ਸਿਰਹਾਣੇ ਉੱਤੇ ਸਿਰ ਰੱਖ ਕੇ ਲੰਮੀ ਪੈ ਗਈ। ਪਤਾ ਨਹੀਂ ਕਿਸ ਵੇਲੇ ਨੀਂਦਰ ਪੈ ਗਈ। ਸੁੱਤੀ ਉੱਠੀ ਤਾਂ ਚੰਗਾ ਦਿਨ ਚੜ੍ਹਿਆ ਹੋਇਆ ਸੀ। ਬੈਠਕ ਵਿੱਚ ਰਾਤ ਨੂੰ ਹੋਣ ਵਾਲੀ ਦਾਵਤ ਦਾ ਆਹਰ ਸੀ। ਇੱਕ ਵਾਰੀ ਤਾਂ ਅੰਮ੍ਰਿਤਾ ਅੱਖਾਂ ਝਮਕ ਕੇ ਰਹਿ ਗਈ। ਬੈਠਕ ਵਿੱਚ ਸਾਹਮਣੇ ਸਾਹਿਰ ਖਲੋਤਾ ਸੀ, ਲੱਕ ਖਾਨਿਆਂ ਵਾਲੀ ਨੀਲੇ ਰੰਗ ਦੀ ਤਹਿਮਦ ਪਾ ਕੇ। ਅੰਮ੍ਰਿਤਾ ਨੇ ਉਹਨੂੰ ਕਦੇ ਰਾਤ ਸੌਣ ਵਾਲੇ ਕੱਪੜਿਆਂ ਵਿੱਚ ਨਹੀਂ ਸੀ ਵੇਖਿਆ, ਹਮੇਸ਼ਾ ਦਿਨ ਵੇਲੇ ਵੇਖਿਆ ਸੀ। ਕਿਸੇ ਸੜਕ ਉੱਤੇ, ਸੜਕ ਦੇ ਕੈਫੇ ਵਿੱਚ, ਹੋਟਲ ਵਿੱਚ ਜਾਂ ਸਰਕਾਰੀ ਸਮਾਗਮ ਵਿੱਚ। ਉਹਦੀ ਇਹ ਪਹਿਚਾਣ ਬੜੀ ਨਵੀਂ ਲੱਗੀ, ਝਿਮਣੀਆਂ ਵਿੱਚ ਅੜ ਜਿਹੀ ਗਈ। ਅੰਮ੍ਰਿਤਾ ਦੇ ਆਪਣੇ ਦੁਆਲੇ ਵੀ ਇਸ ਵੇਲੇ ਨਾਈਟ ਸੂਟ ਸੀ, ਪਰ ਅੰਮ੍ਰਿਤਾ ਨੇ ਬੈਠਕ ਵਿੱਚ ਆਉਣ ਲੱਗਿਆਂ ਇਹਦਾ ਧਿਆਨ ਨਹੀਂ ਸੀ ਕੀਤਾ। ਹੁਣ ਧਿਆਨ ਆਇਆ ਤਾਂ ਆਪਣਾ ਆਪ ਵੀ ਅਜੀਬ ਲੱਗਾ। ਸਾਧਾਰਨ ਤੋਂ ਅਸਾਧਾਰਨ ਜਿਹਾ। ਬੈਠਕ ਵਿੱਚ ਖਲੋਤਾ ਸਾਹਿਰ ਅੰਮ੍ਰਿਤਾ ਨੂੰ ਆਉਂਦਿਆਂ ਵੇਖ ਕੇ ਕਹਿਣ ਲੱਗਾ, ਇਹ 2 ਸੋਫੇ ਨੇ, ਲੰਬੇ ਦਾ ਤੇ ਲਗਾ ਲਈਏ, ਵਿਚਕਾਰੋਂ ਥਾਂ ਖੁੱਲ੍ਹੀ ਹੋ ਜਾਏਗੀ। ਅੰਮ੍ਰਿਤਾ ਨੇ ਸੋਫਿਆਂ ਨੂੰ ਹੱਥ ਪਵਾਇਆ, ਛੋਟੇ ਮੇਜ਼ਾਂ ਨੂੰ ਚੁੱਕ ਕੇ ਕੁਰਸੀ ਦੇ ਵਿਚਕਾਰ ਰੱਖਿਆ। ਫਿਰ ਮਾਂ ਨੇ ਚੌਂਕੇ ਵਿੱਚੋਂ ਆਵਾਜ਼ ਦਿੱਤੀ ਤੇ ਅੰਮ੍ਰਿਤਾ ਨੇ ਚਾਹ ਲਿਆ ਕੇ ਮੇਜ਼ ਉੱਤੇ ਰੱਖ ਦਿੱਤੀ। ਚਾਹ ਪੀ ਕੇ ਸਾਹਿਰ ਨੂੰ ਉਹਨੂੰ ਆਖਿਆ, ਚੱਲ ਜਿਨ੍ਹਾਂ ਲੋਕਾਂ ਨੂੰ ਬੁਲਾਉਣਾ ਏ, ਉਹਨਾਂ ਦੇ ਘਰ ਜਾ ਕੇ ਕਹਿ ਆਈਏ, ਨਾਲੇ ਆਉਂਦੀ ਵਾਰੀ ਕੁਝ ਫਲ ਲੈ ਆਵਾਂਗੇ। ਦੋਹਾਂ ਨੇ ਪੁਰਾਣੇ ਪਛਾਣੇ ਦੋਸਤਾਂ ਦੇ ਘਰ ਬੂਹੇ ਖੜਕਾਏ, ਸੁਨੇਹੇ ਦਿੱਤੇ, ਰਾਹ ਵਿੱਚੋਂ ਚੀਜ਼ਾਂ ਖਰੀਦੀਆਂ। ਫਿਰ ਵਾਪਸ ਆ ਕੇ ਦੁਪਹਿਰ ਦੀ ਰੋਟੀ ਖਾਧੀ ਤੇ ਬੈਠਕ ਨੂੰ ਫੁੱਲਾਂ ਨਾਲ ਸਜਾਉਣ ਲੱਗ ਪਏ। ਦੋਹਾਂ ਨੇ ਰਾਹ ਵਿੱਚ ਸਹਿਜ ਸਧਾਰਨ ਗੱਲਾਂ ਕੀਤੀਆਂ ਸਨ। ਫਲ ਕਿਹੜੇ ਲੈਣੇ ਐ, ਪਾਨ ਲੈਣੇ ਨੇ ਕਿ ਨਹੀਂ, ਡਰਿੰਕਸ ਦੇ ਨਾਲ ਕਬਾਬ ਕਿੰਨਾ ਕੁ ਚਾਹੀਦਾ ਹੈ, ਫਲਾਣੇ ਦਾ ਘਰ ਰਾਹ ਵਿੱਚ ਪੈਂਦਾ ਏ, ਉਹਨੂੰ ਵੀ ਬੁਲਾ ਲਈਏ। ਇਹ ਸਾਰੀਆਂ ਗੱਲਾਂ ਉਹ ਨਹੀਂ ਸਨ ਜੋ ਕੋਈ 7 ਵਰ੍ਹਿਆਂ ਪਿੱਛੋਂ ਮਿਲ ਕੇ ਕਰਦਾ ਹੈ। ਅੰਮ੍ਰਿਤਾ ਨੂੰ ਸਵੇਰੇ ਸਿਰਫ ਦੋਸਤਾਂ ਦੇ ਘਰ ਪਹਿਲੀ ਦੂਜੀ ਦਸਤਕ ਵੇਲੇ ਥੋੜ੍ਹੀ ਜਿਹੀ ਪਰੇਸ਼ਾਨੀ ਹੋਈ ਸੀ। ਉਹ ਦੋਸਤਾਂ ਭਾਵੇਂ ਸਾਹਿਰ ਦੇ ਸਨ, ਪਰ ਚਿਰਾਂ ਤੋਂ ਅੰਮ੍ਰਿਤਾ ਨੂੰ ਜਾਣਦੇ ਸਨ। ਬੂਹਾ ਖੋਲ੍ਹ ਕੇ ਬਾਹਰ ਸਾਹਿਰ ਦੇ ਨਾਲ ਉਹਨੂੰ ਵੇਖਦੇ ਤਾਂ ਹੈਰਾਨ ਹੋ ਜਿਹੇ ਕਹਿ ਉੱਠਦੇ, ਆਪ। ਪਰ ਉਹ ਜਦੋਂ ਇਕੱਲੇ ਗੱਡੀ ਵਿੱਚ ਬੈਠਦੇ ਤਾਂ ਸਾਹਿਰ ਹੱਸ ਪੈਂਦਾ। ਵੇਖਿਆ ਕਿੱਡਾ ਹੈਰਾਨ ਹੋ ਗਿਆ ਸੀ, ਉਹਦੇ ਕੋਲ ਬੋਲਿਆ ਹੀ ਨਹੀਂ ਸੀ ਜਾਂਦਾ। ਤੇ ਫਿਰ 1-2 ਵਾਰਾਂ ਤੋਂ ਬਾਅਦ ਦੋਸਤਾਂ ਦੀ ਹੈਰਾਨੀ ਵੀ ਉਹਨਾਂ ਦੀਆਂ ਸਾਧਾਰਨ ਗੱਲਾਂ ਵਿੱਚ ਸ਼ਾਮਿਲ ਹੋ ਗਈ। ਸਾਹਿਰ ਵਾਂਗ ਅੰਮ੍ਰਿਤਾ ਵੀ ਸਹਿਜ ਮਨ ਹੱਸਣ ਲੱਗ ਪਈ। ਤਰਕਾਲਾਂ ਕੁ ਵੇਲਾ ਸਾਹਿਰ ਨੇ ਛਾਤੀ ਵਿੱਚ ਪੀੜ ਦੀ ਸ਼ਿਕਾਇਤ ਕੀਤੀ। ਮਾਂ ਨੇ ਕੌਲੀ ਵਿੱਚ ਬਰਾਂਡੀ ਪਾ ਦਿੱਤੀ ਤੇ ਅੰਮ੍ਰਿਤਾ ਨੂੰ ਆਖਿਆ, ਲੈ ਬੇਟੀ, ਇਹ ਬਰਾਂਡੀ ਇਹਦੀ ਛਾਤੀ ਉੱਤੇ ਮਲ ਦੇ। ਇਸ ਵੇਲੇ ਤੱਕ ਸ਼ਾਇਦ ਇੰਨਾ ਕੁ ਸਹਿਜ ਹੋ ਚੁੱਕਿਆ ਸੀ। ਅੰਮ੍ਰਿਤਾ ਨੇ ਸਾਹਿਰ ਦੀ ਕਮੀਜ਼ ਦੇ ਉਤਲੇ ਬਟਨ ਖੋਲ੍ਹੇ ਤੇ ਹੱਥ ਦੀ ਤਲੀ ਨਾਲ ਉਹਦੀ ਛਾਤੀ ਉੱਤੇ ਬਰਾਂਡੀ ਮਲਣ ਲੱਗ ਪਈ। ਬਾਹਰ ਪਾਮ ਰੁੱਖਾਂ ਦੇ ਪੱਤੇ ਤੇ ਕੇਲਿਆਂ ਦੇ ਪੱਤੇ ਸ਼ਾਇਦ ਅਜੇ ਵੀ ਕੰਬਦੇ ਪਏ ਸਨ, ਪਰ ਅੰਮ੍ਰਿਤਾ ਦੇ ਹੱਥ ਅਡੋਲ ਸਨ। ਇੱਕ ਦੋਸਤ ਵੇਲੇ ਤੋਂ ਪਹਿਲਾਂ ਆ ਗਿਆ ਸੀ। ਅੰਮ੍ਰਿਤਾ ਨੇ ਬਰਾਂਡੀ ਵਿੱਚ ਭਿੱਜੇ ਹੱਥ ਨਾਲ ਉਹਨੂੰ ਸਵਾਗਤੀ ਸਲਾਮ ਵੀ ਆਖੀ ਤੇ ਫਿਰ ਕੌਲੀ ਵਿੱਚ ਹੱਥ ਡੁੱਬ ਕੇ ਰਹਿੰਦੀ ਬਰਾਂਡੀ ਸਾਹਿਰ ਦੀ ਗਰਦਨ ਉੱਤੇ ਮਲ ਦਿੱਤੀ, ਮੋਢਿਆਂ ਤੱਕ। ਹੌਲੀ-ਹੌਲੀ ਕਮਰਾ ਮਹਿਮਾਨਾਂ ਨਾਲ ਭਰ ਗਿਆ। ਅੰਮ੍ਰਿਤਾ ਫਰਿੱਜ ਵਿੱਚ ਬਰਫ਼ ਕੱਢਦੀ ਰਹੀ ਤੇ ਸਾਦਾ ਪਾਣੀ ਭਰ ਕੇ ਫਰਿੱਜ ਵਿੱਚ ਰੱਖਦੀ ਰਹੀ। ਵਿੱਚ ਰਸੋਈ ਵੱਲ ਜਾਂਦੀ ਠੰਡੇ ਕਬਾਬ ਮੁੜ ਤੱਤੇ ਕਰ ਲਿਆਉਂਦੀ। ਸਿਰਫ ਇੱਕ ਵਾਰ ਸਾਹਿਰ ਨੇ ਜਦੋਂ ਅੰਮ੍ਰਿਤਾ ਦੇ ਕੰਨ ਕੋਲ
ਹੋ ਕੇ ਆਖਿਆ, 3-4 ਤਾਂ ਉਹ ਲੋਕ ਵੀ ਆ ਗਏ ਨੇ ਜਿਨ੍ਹਾਂ ਨੂੰ ਬੁਲਾਇਆ ਨਹੀਂ ਸੀ। ਜ਼ਰੂਰ ਕਿਸੇ ਦੇ ਦੋਸਤ ਨੇ ਉਹਨੂੰ ਵੀ ਆਖਿਆ ਹੋਵੇਗਾ, ਤੈਨੂੰ ਵੇਖਣ ਲਈ ਆ ਗਏ ਨੇ। ਤਾਂ ਅੰਮ੍ਰਿਤਾ ਦੀ ਸੁਭਾਵਕ ਪਲ ਕੁ ਟੁੱਟੀ। ਪਰ ਫਿਰ ਜਦੋਂ ਸਹਿਰ ਨੇ ਉਹਨੂੰ ਕੁਝ ਗਲਾਸ ਧੋਣ ਲਈ ਆਖਿਆ ਤਾਂ ਉਹ ਉਸੇ ਤਰ੍ਹਾਂ ਸਹਿਜ ਮਨ ਹੋ ਗਈ। ਬਾਕੀ ਦਾ ਭਾਗ ਅਗਲੇ ਭਾਗ ਵਿੱਚ ਲੈ ਕੇ ਆਵਾਂਗੀ। ਸ਼ੁਕਰੀਆ।